अस्सलाम वालेकुम जी मिस्त्री साहब जनाब की हाल है ठीक हो कितने जाने यार साडे कोल जांदे लोकी भी उदास हो जांदे की करिए और दौड़ा भज्जी लगी दी है ਤੁਹਾਨੂੰ ਪਤਾ ਹੈ ਕਿ ਉਹ ਆਂਦੇ ਨੇ ਕਿ ਉਹ ਇੱਕ ਬੰਦਾ ਸੀ ਜਾਂਦਾ ਪਿਆ अच्छा ਔਰ ਰਸਤੇ 'ਚ ਇੱਕ ਖੋਤਾ ਲੰਮਾ ਪਿਆ ਸੀ ਸੁੱਤਾ ਦਾ अच्छा ਉਹ ਸੁੱਤਾ ਦਾ ਤੇ ਉਹ ਕੋਲ ਨਹੀਂ ਲੰਘਦਾ ਜਾਂਦਾ ਤਾਂ ਯਾਰ ਹੁਣ ਕਰਨਾ ਵੀ ਘਰ ਜਾ ਕੇ ਸ਼ੰਮੇ ਵਾਲਾ ਰੇਖਾ ਕੀ ਇਹ ਵਿਹਲੇ ਆ ਉਹਨੇ ਆਖਿਆ ਯਾਰ ਇਹਨੂੰ ਕੀੜੇ ਵੇਦ ਨੇ ਇਹਦੇ ਭੈੜੇ ਹਾਲ ਤੇ ਮੰਦੇ ਦਿਹਾੜੇ ਨੇ ਹੋਵੇ ਨਾ ਤੇ ਅੱਜ ਕੋਈ ਨੇਕੀ ਖੱਟ ਛੜੋ अच्छा ਉਹਨੇ ਆਖਿਆ ਲੈ ਯਾਰ ਦੇ ਕੋਲ ਛੱਪੜੀ ਵੇਖੀ ਉਹਨੇ ਇਹਨੂੰ ਨਵਾਲ ਧਵਾਲ ਕੇ ਸੋਹਣਾ ਵੜਾ ਨਾ ਉਹਨੂੰ अच्छा ਉਹਨੇ ਹਵਾ ਕਰਕੇ ਸਾਫ ਨੇ ਕਿਹਾ ਲੈ ਯਾਰ ਤੇਰੇ ਤੇ ਨੇਕੀ ਕਰ ਉਹ ਤੁਰਨ ਲਗਾ ਤੇ ਖੋਤਾ ਰੋ ਪਿਆ अच्छा ਉਹ ਆਂਦਾ ਯਾਰ ਉਹ ਕਸਰ ਕਿਹੜੀ ਵੀ ਰਹਿ ਗਈ ਉਹ ਮੈਂ ਤੇ ਤੈਨੂੰ ਨਵਾਲਿਆ ਦਵਾਈ ਪਾਈ ਕੀੜੇ ਮਾਰੇ ਨੇ ਕਹਾ ਯਾਰ ਮੈਂ ਹੋਰ ਚੀਜ਼ ਨੂੰ ਰੋਇਆ ਉਹਨੇ ਆਖਿਆ ਉਹ ਕਿਹੜੀ ਚੀਜ਼ ਹੈ ਉਹਨੇ ਆਖਿਆ ਐ ਸਨ ਪੁਰਾਣੇ ਜ਼ਖਮ ਪਹਿਲੇ ਦੇ ਹੋਏ ਸਨ ਤੇ ਮੁੱਦਤਾਂ ਹੋ ਗਈਆਂ ਕੀੜੇ ਖਾਂਦੇ ਆ ਪੇ ਮੈਨੂੰ ਆਦਤ ਹੋ ਗਈ ਹੁਣ ਜਿਹੜੇ ਜ਼ਖਮ ਅੱਗੂ ਨਵੇਂ ਹੋਣੇ ਨਾ ਉਹਨਾਂ ਦੀ ਬੜੀ ਮੈਨੂੰ ਪੀੜ ਹੋਣੀ ਐਸਾ ਵੇ पुराने तो सही कर गया अगू कौन करेगा कौन करेगा आंदे ना सिकंदर बादशाह बड़ा वड्डा बादशाह सी ਇਹ ਲੰਗਾਨ ਢੀਂਗ ਦਾ ਦੌਰ ਸੀ ਉਸਲੇ ਉਹਦਾ ਵੀ ਜ਼ੋਰ ਸੀ ਬੈੜਾ ਵੀ ਬੜਾ ਸੀ ਦੱਸਦੇ ਨੇ अच्छा ਇੱਕ ਦਿਨ ਸਿਕੰਦਰ ਬਾਦਸ਼ਾਹ ਕਹਿੰਦਾ ਵਜ਼ੀਰ ਨੂੰ ਆਂਦਾ ਯਾਰ ਇਸ ਤਰ੍ਹਾਂ ਕਰ ਅੱਜ ਸ਼ਿਕਾਰ ਕਰਨ ਨਾ ਜਾਈਏ ਉਹਨੇ ਆਖਿਆ ਬਾਦਸ਼ਾਹ ਸਲਾਮਤ ਤੁਹਾਡੀ ਮਰਜ਼ੀ ਹੈ ਜੇ ਸ਼ਿਕਾਰ ਕਰਨਾ ਤੇ ਟੁਰ ਚੱਲਨੇ ਆ ਉਹ ਸ਼ਿਕਾਰ ਕਰਨ ਜਿਸਲੇ ਗਏ ਤੇ ਉਹ ਜਨਾਬ ਹੋਣਾ ਜਾ ਕੇ ਵੇਖਿਆ ਕੀ ਦੇਖਣਾ ਜੰਗਲ ਦੇ ਵਿੱਚ ਨੂੰ ਆਪਣੇ ਨੇ ਤੇ ਤੈਨੂੰ ਪਤਾ ਸਿਕੰਦਰ ਬਾਦਸ਼ਾਹ ਦਾ ਘੋੜਾ ਸਿਕੰਦਰ ਬਾਦਸ਼ਾਹ ਦਾ ਸੀ ਵਜ਼ੀਰ ਦਾ ਵੀ ਘੋੜਾ ਚੰਗਾ ਦਾ ਪਿੱਛੇ ਲਾਲੇ ਨਵਾਬ ਦਾ ਕੋਈ ਮਾੜਾ ਧੂੜਾ ਜਿਸ ਤਰ੍ਹਾਂ ਵੀ ਹੈ ਸੀ ਉਹਨਾਂ ਪਾੜ ਹੈ ਤੂੰ ਗੋਸ਼ਤ ਲੱਦ ਲਈ ਅੱਗੇ ਗਿਆ ਤੇ ਇੱਕ ਬੜੀ ਖੂਬਸੂਰਤ ਔਰਤ ਹੈ ਜਿਹੜੀ ਮੋਟੀ ਅੱਖ ਤੇ ਸੋਹਣੀ ਕੁੜੀ ਜਵਾਨ ਜੰਗਲ 'ਚ ਖਲੋਤੀ ਸਿਕੰਦਰ ਬਾਦਸ਼ਾਹ ਦਾ ਧਿਆਨ ਪੈ ਗਿਆ ਜਦੋਂ ਧਿਆਨ ਪਿਆ ਤਾਂ ਸਿਕੰਦਰ ਬਾਦਸ਼ਾਹ ਉੱਥੇ ਖਲੋ ਗਿਆ ਉਹਨੇ ਆਖਿਆ ਵਾਹ ਇਹ ਕੀ ਹੋਇਆ ਵਜ਼ੀਰ ਭਰਾ ਨਹੀਂ ਹੈ ਨਹੀਂ ਮਗਰ ਚੜਿਆ ਉਹਨੇ ਕਿਹਾ ਸਿਕੰਦਰ ਨਹੀਂ ਕੁੰਦੀ ਰਲਿਆ ਘੋੜਾ ਲੈ ਕੇ ਘੋੜੇ ਤੇ ਆਣਾ ਕੁੜੀ ਤਗੜੇ ਸਨ ਉਹਨੇ ਵੇਖਿਆ ਉਹਨੇ ਕਿਹਾ ਯਾਰ ਸਿਕੰਦਰ ਬਾਦਸ਼ਾਹ ਕਿਹੜੀ ਸੈਨ ਨੂੰ ਨਿਕਲ ਗਿਆ ਉਹਨੇ ਘੋੜਾ ਪਰਤਾਇਆ ਅੱਗੋਂ ਦੀ ਵੇਖਿਆ ਤੇ ਉਹ ਸਿਕੰਦਰ ਉੱਥੇ ਖਲੋਤਾ ਬੜੀ ਖੂਬਸੂਰਤ ਔਰਤ ਖਲੋਤੀ ਸੀ ਕੁੜੀ ਜਵਾਨ ਸੀ ਮੈਂ ਕਿਹਾ ਬਾਦਸ਼ਾਹ ਸਲਾਮਤ ਤੁਸੀਂ ਇੱਥੇ ਖਲੋ ਗਏ ਉਹਨੇ ਆਖਿਆ ਯਾਰ ਹੁਣ ਇਸ ਤੋਂ ਵੀ ਵੱਡਾ ਸ਼ਿਕਾਰ ਕਿਹੜਾ ਇਹ ਵੇਖ ਕੀ ਬਣਿਆ ਕਿੱਥੋਂ ਆਈ ਏ ਕਿੱਥੇ ਇਹਨੇ ਜਾਣਾ ਇਹ ਜੰਗਲ ਦੇ ਵਿੱਚ ਉਹਨੇ ਆਖਿਆ ਬਾਦਸ਼ਾਹ ਸਲਾਮਤ ਵੇਖ ਲੋ ਕਿ ਫਿਰਦੀ ਟੁਰਦੀ ਰੰਨ ਕਹਿੰਦੇ ਨੇ ਉਹਨੇ ਆਖਿਆ ਤਲਵਾਰ ਦਾ ਪਾਸਾ ਕਰ ਹਾਂ ਜਿਹੜਾ ਸਿੱਧਾ ਤੇਰੇ ਵਾਲ ਤੇ ਮੈਂ ਕੰਮ ਤੂੰ ਮੈਨੂੰ ਹੋਰ ਲਗਾ ਪੈਂਡੇ ਭਾਣ ਉਹਨੇ ਆਖਿਆ ਨੂੰ ਧਰੋ ਮੇਰੇ ਪਿੱਛੇ ਉਹ ਲੈ ਕੇ ਮਹਿਲਾਂ 'ਚ ਟੁਰ ਗਿਆ ਉਹਦੇ ਮਹਿਲਾਂ 'ਚ ਗਿਆ ਮੌਲਵੀ ਨੂੰ ਉਹਨੇ ਸੱਦਿਆ ਨੇ ਕਿਹਾ ਯਾਰ ਮੇਰਾ ਨਿਕਾਹ ਪੜਾਓ ਇਹਦੇ ਨਾਲ ਬਾਅਦ 'ਚ ਵੇਖਾਂਗੇ ਕਿਹਦੀ ਹੈ ਕਿਹਦੀ ਨਹੀਂ ਸਿਕੰਦਰ ਬਾੜ ਤੇ ਬੜਾ ਸੀ ਨਾ ਉਹ ਵੀ ਉਹਨੇ ਆਖਿਆ ਤੇ ਮੌਲਵੀ ਦਾ ਸੱਦਿਆ ਮੌਲਵੀ ਨੂੰ ਉਹ ਮੌਲਵੀ ਨਿਕਾਹ ਪੜਾਉਂਦਾ ਕਿਧਰ ਉਹਦੇ ਨਾਲ ਨਜ਼ਰ ਪੈ ਗਈ ਮੌਲਵੀ ਦੀ ਮੌਲਵੀ ਨੂੰ ਅੱਲਾ ਜਾਣਦਾ ਕੋਈ ਇਲਮ ਹੋਏਗਾ ਮੌਲਵੀ ਨੂੰ ਕੋਈ ਥੋੜਾ ਸ਼ੱਕ ਜਿਹਾ ਪਿਆ ਮੌਲਵੀ ਨੇ ਆਖਿਆ ਜੀ ਇਹ ਕਿੱਥੋਂ ਉਹਨੇ ਆਖਿਆ ਤਲਵਾਰ ਦਾ ਮੁੱਠ ਕਿੱਧਰ ਹੈ ਮੌਲਵੀ ਪੜਾਉਣ ਲੱਗ ਪਿਆ ਕਲਮਾ ਉਹਨੇ ਆਖਿਆ ਮੈਨੂੰ ਕੀ ਜ਼ਰੂਰਤ ਹੈ ਬੈੜਾ ਜਿਹਾ ਬੰਦਾ ਨੇ ਧੋਣ ਵੱਢ ਛੱਡਣੀ ਬੰਦਾ ਹੀ ਬੜਾ ਭੈੜਾ ਹੈ ਸਿਕੰਦਰ ਨੇ ਆਖਿਆ ਯਾਰ ਹੁਣ ਕੀ ਉਹਨੇ ਆਖਿਆ ਯਾਰ ਬੜਾ ਕੰਮ ਖਰਾਬ ਹੋਇਆ ਮੌਲਵੀ ਨੇ ਨਿਕਾਹ ਸ਼ਾਹ ਪੜਾ ਰਿਹਾ ਉਦੋਂ ਰਮਜ਼ਾਨ ਕੀਮ ਵੀ ਉਸ ਟਾਈਮ ਉਹ ਵੀ ਬੜਾ ਵੱਡਾ ਕੀਮ ਤੇ ਨਾਲ ਜੀ ਵਲੀ ਅੱਲਾ ਉਹ ਅੱਲਾ ਦਾ ਬੰਦਾ ਸੀ ਬੜਾ ਵੱਡਾ ਉਹ ਅੱਗੇ ਜਨਾਬ ਉਹਨੇ ਕਿਸੇ ਬੰਦੇ ਨੂੰ ਦਵਾਈ ਮਾਥਾ ਹੁਣ ਸਿਕੰਦਰ ਦੀ ਗੱਲ ਉਹਦੀ ਵੀ ਗੱਲ ਹੈ ਉਹਨੇ ਕਿਸੇ ਬੰਦੇ ਨੂੰ ਦਵਾਈ ਦਿੱਤੀ ਜਿਹੜੇ ਦਵਾਈ ਦਿੱਤੀ ਤੇ ਉਹ ਘਰ ਗਿਆ ਬੰਦਾ ਮਰ ਗਿਆ अच्छा ਬੰਦਾ ਮਰ ਗਿਆ ਉਹਨੂੰ ਕਿਸੇ ਨੇ ਦੱਸਿਆ ਜੀ ਉਹ ਬੰਦਾ ਮਰ ਗਿਆ ਜਿਹਨੂੰ ਤੁਸੀਂ ਦਵਾਈ ਦਿੱਤੀ ਉਹਨੇ ਬੰਨਿਆ ਬੁਸ਼ਕੜਾ ਜਿਹੜਾ ਹੈ ਸੀ ਕਿਤਾਬਾਂ ਦੇ ਖੋਤੇ ਤੇ ਲੱਦਿਆ ਉਹ ਵੀ ਬਹਿ ਗਿਆ ਨੇ ਕਹਾ ਚੱਲ ਕਰ ਹਾਂ ਦਰਿਆ ਨੂੰ ਮੂੰਹ ਕਿਉਂਕਿ ਬੈੜਾ ਉਹ ਵੀ ਬੜਾ ਨਹੀਂ ਕਹਾ ਬੰਦਾ ਮਰਿਆ ਕਿਉਂ ਦਵਾਈ ਮੈਂ ਦਿੱਤੀ ਹੈ ਬੰਦਾ ਮਰ ਜੇ ਉਹਨੇ ਲੱਦਿਆ ਤੇ ਉਹਨੇ ਕਹਾ ਚੱਲ ਕਿਤਾਬਾਂ ਤੇ ਰੋੜੀਆਂ ਦਰਿਆ ਚ ਨਹੀਂ ਨੇ ਜਦੋਂ ਕੰਮ ਹੀ ਨਹੀਂ ਬਣਦਾ ਪਿਆ ਤੇ ਮੇਰਾ ਤੇ ਅੱਗੇ ਉਹ ਫਰਿਸ਼ਤਾ ਜਿਬਰਾਇਲ ਫਰਿਸ਼ਤਾ ਖਲੋਤਾ ਸੀ ਬੰਦਾ ਬਣ ਕੇ ਆਸਰਾ ਨਾਲ ਉਹਨੇ ਆਖਿਆ ਕਿੱਥੇ ਜਾਣਾ ਪਿਆ ਕਿਤਾਬਾਂ ਲੈ ਕੇ ਉਹਨੇ ਆਖਿਆ ਦਰਿਆ ਚ ਰੋੜਨ ਜਾਣਾ ਪਿਆ
ਉਹਨੇ ਆਖਿਆ ਕਾਹਦੇ ਵਾਸਤੇ? ਉਹਨੇ ਆਖਿਆ ਕਿ ਬੰਦੇ ਨੂੰ ਦਵਾਈ ਦਿੱਤੀ ਹੈ, ਉਹ ਬੰਦੇ ਨੇ ਬਚ ਜਾਣਾ ਸੀ, ਉਹ ਬੰਦਾ ਬਚਿਆ ਨਹੀਂ ਤੇ ਮੈਂ ਫਿਰ ਹੁਕਮਤ ਕਰਨ ਦਾ ਕੀ ਫਾਇਦਾ? ਹਾਂ ਉਹਨੇ ਆਖਿਆ ਯਾਰ ਉਹ ਦਵਾਈ ਅੰਦਰ ਜਾਂਦੀ ਤੇ ਉਸ ਬੰਦੇ ਨੇ ਬਚ ਜਾਣਾ ਸੀ, ਪਰ ਮੈਂ ਇੱਥੋਂ ਹੀ ਫੜ ਲਿਆ, ਬੰਦੇ ਦੀ ਦਵਾਈ ਗਾਂ ਜਾਣ ਹੀ ਨਹੀਂ ਦਿੱਤੀ। ਉਹ ਅੰਦਰ ਜਾਂਦੀ ਤੇ ਉਹ ਬਚਦਾ ਨਾ, ਤੇ ਜਦੋਂ ਮੈਂ ਹੀ ਇੱਥੋਂ ਫੜ ਲਿਆ ਜਾਣ ਦੀ, ਮੈਂ ਕੱਢ ਲਈਏ, ਗੋਲੀਆਂ ਰਹਿ ਗਈਆਂ ਉਹ ਤਾਂ। ਉਹਨੇ ਆਖਿਆ ਇਹੋ 6 ਗੋਲੀਆਂ ਦਿੱਤੀਆਂ ਹਣੀਆਂ ਇਹੋ ਜਿਹੀ ਇਹੋ ਦਿੱਤੀਆਂ। ਉਹਨੇ ਆਖਿਆ ਥੱਲੇ ਜਾਂਦੀਆਂ ਤੇ ਬੰਦਾ ਬਚਦਾ ਨਾ, ਤੂੰ ਵੀ ਸੱਚਾ ਏ, ਤੇਰੀਆਂ ਗੋਲੀਆਂ ਅੰਦਰ ਟੁਰ ਜਾਂਦੀਆਂ ਨੇ, ਬਚਦਾ, ਮੈਂ ਜਾਣ ਹੀ ਨਹੀਂ ਦਿੱਤੀਆਂ ਤੇਰੀਆਂ ਗੋਲੀਆਂ ਅੰਦਰ। ਉਹਨੇ ਆਖਿਆ ਯਾਰ ਇਹ ਵੀ ਗੱਲ ਸਹੀ ਨੇ, ਕਹਾ ਖੋਤਾ ਪ੍ਰਤਾਪ ਪਿਛਾਂ ਬਚ ਜਾਣਾ ਸੀ ਬੰਦੇ ਨੇ, ਅੰਦਰ ਜਾਂਦੀਆਂ ਮੌਤ ਆ ਗਈ ਹੈ, ਬਸ ਉਹ ਟੁਰ ਗਿਆ। ਐਨੀ ਗੱਲ ਹੋਈ ਤੇ ਉਹ ਬਾਦਸ਼ਾਹ ਹੁਣ ਜਨਾਬ ਉਹ ਵੀ ਬੁੱਢੀ ਲਈ ਮਹਿਲਾਂ ਦੇ ਵਿੱਚ ਉਹ ਫਿਰੇ ਟੁਰੇ, ਆਪਣੇ ਸਾਰਾ ਕੁਝ ਕਰੇ। ਕੋਈ ਥੋੜਾ ਕੁ ਚਿਰ ਗੁਜ਼ਰਿਆ, ਕੋਈ 2 ਮਹੀਨੇ 3 ਗੁਜ਼ਰੇ, ਬਾਦਸ਼ਾਹ ਥੋੜਾ ਥੋੜਾ ਨਾ ਕਮਜ਼ੋਰ ਹੋਣ ਲੱਗ ਪਿਆ। ਅੱਛਾ। ਕਦੇ ਉਹਦਾ ਮਿਹਦਾ ਕੰਮ ਨਹੀਂ ਕਰਦਾ, ਕਦੇ ਲੱਤਾਂ ਨੂੰ ਦਰਦ। ਬਾਦਸ਼ਾਹ ਇੱਕ ਦਿਨ ਬਾਹਰ ਨਿਕਲਿਆ, ਵਜ਼ੀਰ ਨੇ ਆਖਿਆ ਬਾਦਸ਼ਾਹ ਸਲਾਮਤ, ਅਗਲੀਆਂ ਲਾਲੀਆਂ ਨਹੀਂ ਰਹਿੰਦੀਆਂ ਪਈਆਂ, ਕੋਈ ਥੋੜਾ ਜਿਹਾ ਤੁਸੀਂ। ਉਹਨੇ ਆਖਿਆ ਬਾਦਸ਼ਾਹ ਅਗਲੀਆਂ ਲਾਲੀਆਂ ਨਹੀਂ ਰਹਿੰਦੀਆਂ ਪਈਆਂ। ਆਖਿਆ ਯਾਰ ਸਮਝ ਮੈਨੂੰ ਵੀ ਕੋਈ ਨਹੀਂ ਲੱਗਦੀ ਕਿ ਮੈਂ ਕੋਈ ਥੋੜਾ ਥੋੜਾ ਠੀਕ ਨਹੀਂ ਰਹਿੰਦਾ। ਅੱਗੇ ਤੁਸੀਂ ਬਾਹਰ ਆਉਂਦੇ ਹੋ ਬੜੇ ਖੁਸ਼ ਹੋ ਕੇ, ਚੁੱਪ ਕੀਤੇ ਨਿਕਲ ਆਉਂਦੇ। ਅੱਛਾ। ਉਹਨੇ ਆਖਿਆ ਕੀ? ਉਹਨੇ ਆਖਿਆ ਜਾ ਯਾਰ ਐਸਾ ਕਰ, ਐਕੀ ਮਾਸ਼ੀਮਾ ਨੂੰ ਦੱਸੋ ਮੈਨੂੰ ਕਿ ਮੇਰਾ ਮੇਰਾ ਸ਼ੀਲਾ ਭਾਈ ਜਾਂ ਕੋਈ ਖੂਨ ਸ਼ੂਨ ਦਾ ਕੋਈ ਐਸਾ ਹਿਸਾਬ ਕਿਤਾਬ। ਉਹਨੇ ਆਖਿਆ ਕੋਈ ਖੂਨ ਸ਼ੂਨ ਦਾ ਹਿਸਾਬ ਕਿਤਾਬ ਹੋਏਗਾ ਜਾਂ ਮੇਦਾ ਨਹੀਂ ਠੀਕ। ਅੱਗੋਂ ਕੀਮ ਵੀ ਡਰਦੇ ਹਾਂ, ਤਲਵਾਰ ਉਹਦੇ ਕੋਲ ਸੀ, ਬੈੜਾ ਉਹ ਵੀ ਬੜਾ ਸੀ, ਕੀਮ ਡਰਦਾ ਨੇੜੇ ਕੋਈ ਨਹੀਂ ਸੀ ਵੱਜਦਾ। ਉਹਨੇ ਕੀਮ ਨੇ ਜਾਣਾ ਦੂਰੋਂ ਹੀ, ਉਹਨੇ ਨਬਜ਼ ਵੇਖੜੀ, ਉਹਨੇ ਆਖਣਾ ਕੀ ਹੋਇਆ? ਨੇ ਆਖਿਆ ਤੁਸੀਂ ਤੰਦਰੁਸਤ ਡਰਨ ਨਾਲ ਹੀ ਬਈ ਤੋਂ ਵੱਢ ਨਾ ਚੜੇ ਕਿਧਰੇ, ਹੋਰ ਨਾ ਕੰਮ ਹੋ ਜਾਏ। ਉਹਨੇ ਕੋਈ ਫੱਕੀ ਦੇਣੀ, ਉਹਨੇ ਨੱਠਣ ਵਾਲੀ ਗੱਲ ਕਰ ਦੇਣੀ। ਉਹਨੇ ਆਖਿਆ ਨੱਠ ਜਾਓ ਭੈਣ ਮਾਰ ਛੜੇਗਾ। ਇੱਕ ਦਿਨ ਸਿਕੰਦਰ ਬਾਦਸ਼ਾਹ ਬਾਹਰ ਨਿਕਲਿਆ ਤੇ ਸਿਕੰਦਰ ਬਾਦਸ਼ਾਹ ਨੂੰ ਕੋਈ ਪਤਾ ਨਹੀਂ ਲੱਗਦਾ ਕੀ ਹਿਸਾਬ ਹੋਇਆ। ਆਇਆ ਬਾਹਰ ਧਿਆਨ ਕੇ ਵਜ਼ੀਰ ਨੇ ਪੁੱਛਿਆ, ਨੇ ਕਿਹਾ ਲੱਤਾਂ ਛੱਤਾਂ ਕੁੱਟੀਆਂ ਤੇ ਨਾ ਸਿਕੰਦਰ ਬਾਦਸ਼ਾਹ ਕਰਦਾ ਹੈ, ਬੀਵੀ ਵੀ ਤੁਸਾਂ ਜਵਾਨ ਕਰ ਲਈਏ। ਅੱਛਾ। ਤੁਸਾਂ ਬੀਵੀ ਵੀ ਜਵਾਨ ਕਰ ਲਈਏ ਤੇ ਮੇਰਾ ਮਕਸਦ ਹੈ ਤੁਸੀਂ ਰਹਿ ਵੀ ਚੱਲੇ ਹੋ, ਤੇ ਇਹ ਕੀ ਚੱਕਰ ਹੁੰਦਾ ਪਿਆ? ਉਹਨੇ ਆਖਿਆ ਯਾਰ ਕੋਈ ਹੋਰ ਸਿਆਣਾ ਬੰਦਾ ਲੱਭੋ, ਕੋਈ ਡਾਕਟਰ ਡਾਕਟਰ, ਕੋਈ ਮੈਨੂੰ ਵੇਖੇ ਯਾਰ। ਉਹਨੇ ਕਿਸੇ ਨੇ ਦੱਸਿਆ, ਨੇ ਆਖਿਆ ਲੁਗਾਨ ਘੀਮ ਹੈ, ਬੜਾ ਵੱਡਾ ਘੀਮ ਹੈ, ਕਦੇ ਲੁਗਾਨ ਘੀਮ ਆ ਜਾਣਾ ਇੱਥੇ ਤੇ ਆਣ ਕੇ ਕਦੇ ਤੁਹਾਡੀ ਨਬਜ਼ ਵੇਖੇ ਤੇ ਫਿਰ। ਉਹਨੇ ਆਖਿਆ ਯਾਰ ਜਾਓ ਉਹਨੂੰ ਸੁਨੇਹਾ ਦਿਓ ਕਿ ਬਾਦਸ਼ਾਹ ਸਿਕੰਦਰ ਸੱਦਾ ਪਿਆ ਤੈਨੂੰ, ਤੂੰ ਆ ਜਾਏਗਾ। ਵਜ਼ੀਰ ਨੇ ਘੋੜਾ ਲਿਆ, ਗਿਆ ਉਹਦੇ ਕੋਲ। ਉਹਨੇ ਆਖਿਆ ਕੀ ਹੋਇਆ? ਉਹਨੇ ਆਖਿਆ ਯਾਰ ਬਾਦਸ਼ਾਹ ਜਿਹੜਾ ਨਾ ਮਾੜਾ ਹੁੰਦਾ ਜਾਂਦਾ ਪਿਆ, ਤਬੀਅਤ ਵੀ ਠੀਕ। ਅੱਛਾ। ਮੈਂ ਵਲੀ ਅੱਲਾ ਸੁਣਿਆ ਜਾਂਦੇ ਆ ਨਾ ਖੋਤੇ ਦੇ ਉੱਤੇ ਲੱਗੀਆਂ ਕਿਤਾਬਾਂ, ਚਾਰਿਆ ਵੀ ਬਹਿ ਕੇ ਖੋਤੇ ਜਾਂਦੇ ਆਂਦੇ ਖੋਤੇ ਦੇ ਵੀ ਅੱਲਾ ਜਾਣਦਾ ਮਾੜਾ ਹੋਣਾ, ਡਿੱਗਣ ਦਾ ਖਤਰਾ ਹੋਣਾ। ਉਹ ਆ ਘੋੜਾ ਨਹੀਂ ਹੋਣਾ ਵਿਚਾਰੇ ਕੋਲ, 10 ਦਿਨ ਖੋਤੇ ਦੇ ਜਾਂਦਾ। ਹੁਣ ਆ ਖੋਤਾ ਲਿਆ ਤੇ ਉੱਤੇ 4 ਕਿਤਾਬਾਂ, ਉਹਨਾਂ ਵੀ ਲੱਦੀਆਂ ਹੋਣਾ ਹੈ, ਬਾਦਸ਼ਾਹ ਤੇ ਜਾਣਾ। ਸਿਕੰਦਰ ਬਾਦਸ਼ਾਹ ਕੇ ਬੈਠਾ ਦਾ ਕੁਰਸੀ ਢਾ ਕੇ, ਤਲਵਾਰ ਉਹਦੇ ਕੋਲ ਹੈ। ਵਜ਼ੀਰ ਨੇ ਆਖਿਆ ਉਹ ਸਿਕੰਦਰ ਬੈਠਾ ਦਾ, ਉਹਦੀ ਤਬੀਅਤ ਵੇਖਣੀ। ਚਲੇ ਕੋਲ ਗਿਆ ਤੇ ਸਿਕੰਦਰ ਬਾਦਸ਼ਾਹ ਨੂੰ ਆਂਦਾ ਅੱਖਾਂ ਤਾਂ ਕਰ ਹਾਂ। ਜਿਹੜੇ ਉਹਨੇ ਅੱਖਾਂ ਤਾਂ ਕੀਤੀਆਂ, ਉਹਨੇ ਆਖਿਆ ਤੇ ਕੌਣ ਕੌਣ ਰਹਿੰਦੇ ਆ, ਕਿੰਨੇ ਜੀ ਰਹਿੰਦੇ ਨੇ ਇਸ ਮਹੱਲਾਂ 'ਚ? ਉਹਨੇ ਆਖਿਆ ਜਨਾਬ ਮੈਂ ਤੇ ਮੇਰੀ ਬੁੱਢੀ ਦੋਏ ਅਸੀਂ ਰਹਿੰਦੇ ਹਾਂ, ਹੋਰ ਕੋਈ ਵੀ ਨਹੀਂ, ਤੀਜਾ ਬੰਦਾ ਰਹਿੰਦਾ। ਨੇ ਆਖਿਆ ਯਾਰ ਮੈਨੂੰ ਕੋਈ ਤੇਰੀਆਂ ਅੱਖਾਂ 'ਚ ਗਾੜ-ਪਾੜ ਲੱਗਦੀ। ਅੱਛਾ। ਜਦੋਂ ਉਹਨੇ ਗਾੜ-ਪਾੜ ਦਾ ਨਾਂ ਲਿਆ ਤੇ ਉਹਨੇ ਆਖਿਆ ਤਲਵਾਰ ਦੀ ਮੁੱਠ ਕਿਹੜੇ ਪਾਸੇ ਵਲਾਂਦੀ? ਨੇ ਆਖਿਆ ਲੈ ਚਲਿਆ ਮੈਨੂੰ ਵੀ ਨਾਲ। ਵਜ਼ੀਰ ਪਿਆ ਨੇ ਆਖਿਆ ਉਹ ਸਾਹ ਤੇ ਲਵੋ ਤਲਵਾਰ ਤੁਸੀਂ ਪਹਿਲੇ ਕਰ ਜੋ, ਦਵਾਈ ਕਿਸੇ ਨੇ ਕੀ ਦੇਣੀ ਹੈ? ਇਹਨੇ ਕਿਉਂ ਆਖਿਆ ਤੇਰੇ ਘਰ 'ਚ ਗਾੜ-ਪਾੜ ਲੱਗਦੀ? ਉਹਨੇ ਆਖਿਆ ਜਨਾਬ ਪਹਿਲੇ ਪੁੱਛੋ ਤੇ ਸਹੀ, ਤੁਸੀਂ ਤਲਵਾਰ ਕੱਢਣੀ। ਉਹਨੇ ਵੀ ਨੱਸ ਜਾਣਾ ਖੋਤਾ ਲੈ ਕੇ, ਇੱਥੇ ਕਿੰਨੇ ਤੁਹਾਨੂੰ ਵੇਖਣਾ? ਕਿਉਂਕਿ ਭੈੜਾ ਬੜਾ ਸੀ। ਮਾਨ ਕੀਮ ਨੇ ਆਖਿਆ, ਉਹਨੇ ਵਜ਼ੀਰ ਨੇ ਆਖਿਆ ਜਨਾਬ ਜੀ ਪਹਿਲੇ ਗੱਲ ਸੁਣੋ, ਇਹਨੂੰ ਪੁੱਛੋ ਤੁਹਾਡੀ ਨਬਜ਼ ਵੇਖੇ, ਤੁਹਾਨੂੰ ਨੁਕਸ ਕੀ ਹੈ? ਆਂਦਾ ਨਹੀਂ ਇਹ ਆਉਂਦੇ ਮੈਨੂੰ ਅੱਖਾਂ ਵਿੱਚ ਗਾੜ-ਬਾੜ ਤੇਰੀਆਂ ਜਿਵੇਂ ਨਜ਼ਰ ਆਉਂਦੀ ਹੈ ਪਈ। ਰਾਮ ਕੀ ਨਾ ਆਖਿਆ ਯਾਰ ਤੇਰੇ ਅੰਦਰ ਇੱਥੇ ਕੋਈ ਚੀਜ਼ ਹੈ। ਅੱਛਾ। ਜਾਂ ਤੇਰੀ ਬੁੱਢੀ ਨੇ
ਅੱਛਾ ਇਹਨੂੰ ਆਖਿਆ ਮੁੱਠ ਕਰ ਸਿੱਧੀ, ਤੈਨੂੰ ਮੈਂ ਬਾਰ-ਬਾਰ ਨਾ ਗਾਂ ਹੀ ਵਧੀ ਜਾਂਦਾ ਪਿਆ। ਉਹਨੇ ਆਖਿਆ ਜਨਾਬ ਕੋ ਗੱਲ ਤੇ ਇਹਦੀ ਸੁਣੋ। ਉਹਨੇ ਆਖਿਆ ਤੈਨੂੰ ਕੀ ਮਹਿਸੂਸ ਹੁੰਦਾ ਪਿਆ? ਉਹਨੇ ਆਖਿਆ ਹੈ ਜੇ ਕੋਈ ਗੱਲ ਤੇ ਇਹ ਜਨਾਬ ਤੁਹਾਨੂੰ ਲੈ ਨਾ ਜਾਏ ਉਹ ਚੀਜ਼, ਤੇ ਤੁਹਾਨੂੰ ਨੇ ਲੈ ਵੀ ਜਾਣਾ ਜੀ। ਸਿਕੰਦਰ ਬਾਦਸ਼ਾਹ ਨੇ ਆਖਿਆ ਕਿਸ ਤਰ੍ਹਾਂ ਪਤਾ ਚੱਲੇਗਾ? ਨਹੀਂ ਤਾਂ ਮੁੱਠ ਤਲਵਾਰ ਦੀ ਸਿੱਧੀ ਨੂੰ ਦੱਸ ਕਿਸ ਤਰ੍ਹਾਂ ਪਤਾ ਚੱਲੇਗਾ? ਉਹਨੇ ਆਖਿਆ ਯਾਰ ਇੱਥੇ ਕੋਈ ਕਸ਼ਤੀ ਹੈ। ਉਹਨੇ ਆਖਿਆ ਕਸ਼ਤੀ ਕੋਈ ਨਹੀਂ। ਉਹਨੇ ਆਖਿਆ ਫਿਰ ਕਸ਼ਤੀ ਬਣਾਓ, ਸਾਰਾ ਕੱਟੀ ਕੱਟਾ ਮੈਂ ਕੱਢ ਛੱਡਣਾ। ਸਿਕੰਦਰ ਬਾਦਸ਼ਾਹ ਨੇ ਆਖਿਆ ਯਾਰ ਕਸ਼ਤੀ, ਉਹਨੇ ਇੱਕ ਵਾਰੀ ਆਰਡਰ ਕੀਤਾ ਕਿ ਇਧਰੋਂ ਕੇਲਾ ਠੋਕਣਾ ਕਸ਼ਤੀ ਬਣਾ ਲਈ। ਘੰਟੇ ਦੀ ਕਸ਼ਤੀ ਬਣ ਗਈ। ਬਣ ਕੇ ਕਸ਼ਤੀ। ਉਹਨੇ ਆਖਿਆ ਹੁਣ ਇਸ ਤਰ੍ਹਾਂ ਕਰ ਆਪੇ ਵਿੱਚ ਬੋ, ਵਿੱਚ ਆਪਣੀ ਬੂਟੀ ਨੂੰ ਬਾਲ ਤੇ ਵਿੱਚ ਬਹਿਣਾ ਮੈਂ। ਅੱਛਾ ਛੋਟਾ ਕੱਢ ਹਾਂ ਸਮੁੰਦਰ ਨੂੰ ਹੋਣਾ ਤੇ ਪਤਾ ਲੱਗ ਜਾਂਦਾ ਕੱਟੀ ਕੱਟਾ ਜਿਹੜਾ ਹੈ ਖੁੱਲ ਜਾਂਦਾ। ਅੱਛਾ ਮੈਂ ਆਖਿਆ ਚਲੋ ਵਿੱਚ ਬੈਠੇ ਜਲੇ ਅੱਧ ਸਮੁੰਦਰ ਦੇ ਗਏ ਨੇ ਨਾ। ਮੈਂ ਆਖਿਆ ਸਿਕੰਦਰ ਬਾਦਸ਼ਾਹ ਹੁਣ ਕੱਢ ਤਲਵਾਰ, ਕੱਢ ਕੇ ਹੁਣ ਇਹਨੂੰ ਪੁੱਛ ਤੂੰ ਕਿਹੜੀ ਔਰਤ? ਹਾਂ ਬਾਦਸ਼ਾਹ ਨੇ ਜਿਹੜੇ ਤਲਵਾਰ ਕੱਢੀ ਉਹ ਵੀ ਉਹਨੇ ਆਖਿਆ ਮੈਂ ਸਪਨੀ ਆ ਹਾਂ ਤੇ ਮੈਂ ਆਪਣਾ ਰੂਪ ਬਦਲਿਆ ਦਾ, ਠੀਕ ਹੈ। ਤੇ ਸਿਕੰਦਰ ਬਾਦਸ਼ਾਹ ਨੂੰ ਮੈਂ ਨਹੀਂ ਛੱਡਣਾ, ਇਹਨੂੰ ਮੈਂ ਮਾਰ ਛੱਡਣਾ ਤੇ ਜਾਂ ਇਹਨੇ ਮੇਰਾ ਰਹਿਣਾ, ਦੋ ਹੀ ਗੱਲਾਂ। ਹਾਂ ਸਿਕੰਦਰ ਬਾਦਸ਼ਾਹ ਨੇ ਆਖਿਆ ਬਲਾਂਤੀ ਮੈਨੇ ਆਖਿਆ ਯਾਰ ਤੂੰ ਆਪਣੇ ਰੂਪ ਵਿੱਚ ਆ, ਜਿਹੜੇ ਰੂਪ ਵਿੱਚ ਹੈ। ਹਾਂ ਮੈਂ ਕਿਹਾ ਜੇ ਮੈਂ ਆਪਣੇ ਰੂਪ ਵਿੱਚ ਆਈ ਤੇ ਕਸ਼ਤੀ ਸਮੁੰਦਰ ਦੀ ਥੜੀ ਤੈਅ ਨਾਲ ਜਾ ਲੱਗਣੀ ਹਾਂ ਐਨੇ ਆ। ਉਹਨੇ ਜਿਹੜੇ ਲਵਾਈ ਚੱਕਣੀ ਸਿਕੰਦਰ ਬਾਦਸ਼ਾਹ ਬਣੀ ਨਾ ਸਾਪੋ। ਹਾਂ ਸਿਕੰਦਰ ਬਾਦਸ਼ਾਹ ਟੱਟ ਗਿਆ ਹਾਂ। ਬਾਹਰ ਹੋਏ। ਮੈਂ ਆਖਿਆ ਇਹ ਤੇ ਬਲਾ। ਉਹਨੇ ਆਖਿਆ ਮੈਂ ਐਡੀ ਕੁ ਬਲਾਵਾਂ, ਮੈਂ ਸਿਰ ਮੇਰਾ ਸਮੁੰਦਰ ਦੀ ਥਲੜੀ ਤੈਅ ਤੇ ਹੋਵੇਗਾ, ਉਛਲ ਤੁਹਾਡੇ ਕੋਲ ਮੇਰੀ ਹੋਵੇਗੀ ਗੇਠੇ ਤੇ ਸਮਝ ਲਿਓ ਦਾ ਸਿਰ ਥੱਲੇ ਥਲੜੀ ਤੈਅ ਤੇ ਜਾ ਲੱਗਾ। ਸਹੀ ਸਿਕੰਦਰ ਬਾਦਸ਼ਾਹ ਨੇ ਜਿਹੜੇ ਨੇ ਆਖਣਾ ਤੈਨੂੰ ਮੈਂ ਨਹੀਂ ਛੱਡਣਾ। ਸਿਕੰਦਰ ਬਾਦਸ਼ਾਹ ਦਾ ਕਦੇ ਹੱਥ ਵੀ ਤੇ ਜੋੜਨੇ ਪੈਣੇ। ਹਾਂ ਉਹਨੇ ਰਮਦਾਨ ਭੀਮ ਦੇ ਹੱਥ ਜੋੜੇ। ਉਹਨੇ ਆਖਿਆ ਇਹਨੇ ਮੈਨੂੰ ਨਹੀਂ ਛੱਡਣਾ। ਉਹਨਾਂ ਫੂਕ ਮਾਰੀ ਨੂੰ ਸਿਰ ਪੱਥਰ ਕੱਟ ਛੜਿਆ। ਉਹਨਾਂ ਆਖਿਆ ਜਾ ਤੇਰੀ ਜਾਨ ਛੁੱਟ ਗਈ। ਹਾਂ ਇਹ ਚੀਜ਼ੇ ਸਮਝ ਜੀ, ਇੱਥੇ ਸਿਕੰਦਰ ਬਾਦਸ਼ਾਹ ਹੱਥ ਜੋੜ ਗਏ ਸਨ। ਜੋੜ ਗਏ, ਇਹ ਤੁਸੀਂ ਵੀ ਆਂਦੇ ਨਾ ਕਬਰਾਂ 'ਚ ਜਾਂਦੇ ਆ, ਵੇਖਿਓ ਕਈ ਲੈਣ ਆਇਓ ਮਦੇ ਫੜ ਨਾ ਕੱਤਿਓ। ਜਿੰਨ ਚੰਬੜਿਆ ਨਾ ਜਿੰਨਣੀ ਨਹੀਂ ਹੈਗੀ ਆ। ਵੇਖ ਸਿਕੰਦਰ ਬਾਦਸ਼ਾਹ ਵੀ ਐਡਾ ਬੈੜਾ ਸੀ, ਕਿੱਡੀ ਤਲਵਾਰ ਸੀ ਇਹਦੇ ਕੋਲ। ਤੇ ਤਾਂ ਮੈਂ ਨਾ ਤੁਸੀਂ